ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਇਸ ਵੀਡੀਓ ਦੇ ਵਿੱਚ ਆਪਾਂ ਮੈਰੀਟੋਰੀਅਸ ਸਕੂਲ ਐਂਟਰੈਂਸ ਟੈਸਟ 2023 ਦੇ ਬਾਰੇ ਗੱਲ ਕਰਾਂਗੇ, ਜੋ ਹੁਣ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲਾ ਹੈ ਤੇ ਉਹਦੀਆਂ ਰਜਿਸਟ੍ਰੇਸ਼ਨ ਡੇਟਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਤੁਸੀਂ ਰਜਿਸਟਰ ਕਰ ਸਕਦੇ ਹੋ ਉਹਨਾਂ ਨੂੰ। ਤੇ ਇਸ ਦੇ ਵਿੱਚ ਤੁਹਾਨੂੰ ਜਿਹੜੀਆਂ ਨੇ ਉਹ ਅਲੱਗ-ਅਲੱਗ ਮਿਥਸ ਜਿਹੜੇ ਨੇ ਉਹ ਬੱਚਿਆਂ ਦੇ ਵਿੱਚ ਨੇ ਕਿ ਕਿਹੜੀ ਗਾਈਡ ਲਈਏ ਜਾਂ ਕਿਹੜੇ ਸੈਂਪਲ ਪੇਪਰ ਦੀ ਬੁੱਕ ਲਈਏ, ਕਿਹੜੇ ਆਥਰ ਦੀ ਬੁੱਕ ਲਈਏ ਜਿਹਦੇ ਵਿੱਚ ਸਾਨੂੰ ਇੱਕ ਸਭ ਕੁਝ ਦਿੱਤਾ ਹੋਏ। ਤਾਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਬੁੱਕ ਜਿਹੜੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹ ਤੁਹਾਡੇ ਕੋਲ ਹੈਗੀ ਹੈ PSEB ਦੀ ਤੁਹਾਡੀ 10ਵੀਂ ਦੀ ਟੈਕਸਟ ਬੁੱਕ। ਚਾਹੇ ਉਹ ਸਾਇੰਸ ਹੈ, ਚਾਹੇ ਉਹ ਮੈਥਸ ਹੈ, ਚਾਹੇ ਉਹ ਇੰਗਲਿਸ਼ ਹੈ। 10ਵੀਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਕਿਤਾਬਾਂ ਲੱਗੀਆਂ ਸੀ PSEB ਦੀਆਂ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ, ਜੇਕਰ ਉਹ ਤੁਹਾਡੇ ਕੋਲ ਨੇ ਤਾਂ ਉਹਦੇ ਤੋਂ ਬਾਹਰ ਕਦੇ ਵੀ ਪੇਪਰ ਜਿਹੜਾ ਉਹ ਨਹੀਂ ਆਏਗਾ। ਬਾਕੀ ਜੇਕਰ ਤੁਸੀਂ ਮਲਟੀਪਲ ਚੋਇਸ ਕੁਐਸਚਨਸ ਕਰਨੇ ਨੇ ਤਾਂ ਉਹਨਾਂ ਦੀਆਂ ਕੁਇਜ਼ ਜਿਹੜੀਆਂ ਨੇ ਉਹ ਮੈਂ ਟੈਲੀਗ੍ਰਾਮ ਚੈਨਲ ਦੇ ਉੱਪਰ ਪਾ ਦੂੰਗੀ। ਤੁਸੀਂ ਉਹਦੇ ਅਟੈਂਪਟ ਕਰਕੇ ਦੇਖ ਸਕਦੇ ਹੋ ਕਿ ਤੁਹਾਡੇ ਕਿੰਨੇ ਕੁਐਸਚਨ ਸਹੀ ਨੇ ਤੇ ਕਿੰਨੇ ਤੁਹਾਡੇ ਗਲਤ ਨੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਫਰੈਂਡਸ ਦੇ ਨਾਲ ਚੈਨਲ ਨੂੰ ਸ਼ੇਅਰ ਕਰ ਦਿਓ, ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰਿਓ ਤਾਂ ਜੋ ਤੁਹਾਨੂੰ ਜਿਹੜਾ ਉਹ ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਜਿਹੜਾ ਉਹ ਮਿਲ ਸਕੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ। ਸੋ ਕੱਲ੍ਹ ਜਿਹੜੀਆਂ ਨੇ ਮੈਂ ਵੀਡੀਓਜ਼ ਪਾਈਆਂ ਸੀ ਕੈਮੀਕਲ ਰਿਐਕਸ਼ਨਸ ਅਤੇ ਇਕੁਏਸ਼ਨਸ ਦੀਆਂ ਇੰਗਲਿਸ਼ ਮੀਡੀਅਮ ਦੇ ਵਿੱਚ, ਅਤੇ ਸਟੂਡੈਂਟਸ ਦੀ ਰਿਕੁਐਸਟ ਸੀ ਪੰਜਾਬੀ ਮੀਡੀਅਮ ਦੇ ਵਿੱਚ। ਤਾਂ ਆਪਾਂ ਅੱਜ ਡਿਸਕਸ ਕਰਾਂਗੇ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ। ਇਹਦੇ ਵਿੱਚ ਕੁਛ ਨਹੀਂ ਹੈਗਾ, ਮੇਰੇ ਕੋਲ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਬੁੱਕ ਹੈ ਉਹੀ ਹੈਗੀ ਆ। ਆਪਾਂ ਲਾਈਨ ਟੂ ਲਾਈਨ ਨਹੀਂ ਪੜ੍ਹਾਂਗੇ, ਜਿਹੜੇ ਇੰਪੋਰਟੈਂਟ ਪਾਰਟਸ ਨੇ ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਦੇ ਕੁਐਸਚਨ ਜਿਹੜੇ ਨੇ ਉਹ ਪ੍ਰੀਵੀਅਸ ਈਅਰਸ ਦੇ ਵਿੱਚ ਪੁੱਛੇ ਗਏ ਨੇ ਤੇ ਆਪਾਂ ਉਹਨਾਂ ਨੂੰ ਡਿਸਕਸ ਕਰਨਾ ਹੈ। ਸੋ ਜੇਕਰ ਆਪਾਂ ਕੈਮੀਕਲ ਰਿਐਕਸ਼ਨਸ ਅਤੇ ਇਕੁਏਸ਼ਨਸ ਦੀ ਗੱਲ ਕਰਦੇ ਹਾਂ ਜਾਂ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੇ ਵਿੱਚ ਕੀ ਹੁੰਦਾ ਹੈ, ਦੋ ਚੀਜ਼ਾਂ ਜਾਂ ਕੋਈ ਵੀ ਜਿਹੜੇ ਨੇ ਤੁਹਾਡੇ ਕੈਮੀਕਲ ਕੰਪਾਊਂਡਸ ਨੇ ਜਾਂ ਤੁਹਾਡੇ ਆਪਾਂ ਕਹਿ ਸਕਦੇ ਹਾਂ ਕਿ ਰਸਾਇਣਿਕ ਜਿਹੜੇ ਪਦਾਰਥ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਕਿਰਿਆ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਨਵਾਂ ਉਤਪਾਦ ਜਿਹੜਾ ਉਹ ਬਣ ਕੇ ਤੁਹਾਡੇ ਕੋਲ ਆਉਂਦਾ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਰਿਐਕਟੈਂਟਸ ਦੇ ਪ੍ਰੋਡਕਟਸ ਹੁੰਦੇ ਨੇ, ਉਹੀ ਚੀਜ਼ ਜਿਹੜੀ ਤੁਹਾਡੇ ਕੋਲ ਇੱਥੇ ਹੁੰਦੀ ਹੈ ਕਿ ਦੋ ਚੀਜ਼ਾਂ ਨੂੰ ਜਦੋਂ ਤੁਸੀਂ ਆਪਸ ਦੇ ਵਿੱਚ ਕੋਈ ਨਾ ਕੋਈ ਕਿਰਿਆ ਕਰਾਓਗੇ ਤਾਂ ਨਵਾਂ ਪ੍ਰੋਡਕਟ ਜਿਹੜਾ ਉਹ ਬਣ ਕੇ ਤੁਹਾਡੇ ਕੋਲ ਆਉਂਦਾ ਹੈ। ਜਿਵੇਂ ਆਪਾਂ ਨਾਰਮਲ ਜਿਹੜੀ ਹੈ ਸ਼ਿਕੰਜਵੀ ਬਣਾਉਂਦੇ ਹਾਂ ਤਾਂ ਉਹਦੇ ਵਿੱਚ ਆਪਾਂ ਕੀ ਕਰਦੇ ਹਾਂ, ਸ਼ੂਗਰ ਪਾਉਂਦੇ ਹਾਂ, ਨਮਕ ਪਾਉਂਦੇ ਹਾਂ, ਲੈਮਨ ਜੂਸ ਪਾਉਂਦੇ ਹਾਂ, ਤਾਂ ਜਾ ਕੇ ਆਪਣੇ ਕੋਲ ਤਿੰਨ ਚੀਜ਼ਾਂ ਜਿਹੜੀਆਂ ਅਸੀਂ ਪਾਈਆਂ ਨੇ ਤੇ ਚੌਥਾ ਜਿਹੜਾ ਆਪਣੇ ਕੋਲ ਉਤਪਾਦ ਹੈ ਸ਼ਿਕੰਜੀ ਜਿਹੜੀ ਹੈ ਉਹ ਬਣ ਕੇ ਤਿਆਰ ਹੁੰਦੀ ਹੈ। ਉੱਦਾਂ ਹੀ ਇਹਨਾਂ ਨੇ ਮੈਗਨੀਸ਼ੀਅਮ ਰਿਬਨ ਦੀ ਗੱਲ ਕੀਤੀ ਹੈ। ਇਹਦਾ ਕੁਐਸਚਨ ਜਿਹੜਾ ਹੈ ਕਈ ਵਾਰੀ ਪੁੱਛ ਲਿਆ ਜਾਂਦਾ ਕਿ ਜਦੋਂ ਮੈਗਨੀਸ਼ੀਅਮ ਰਿਬਨ ਨੂੰ ਆਪਾਂ ਜਲਾਉਂਦੇ ਹਾਂ, ਮੈਗਨੀਸ਼ੀਅਮ ਆਕਸਾਈਡ ਜਿਹੜੀ ਹੈ ਉਹ ਪੈਦਾ ਹੁੰਦੀ ਹੈ। ਜਦੋਂ ਮੈਗਨੀਸ਼ੀਅਮ ਨੂੰ ਤੁਸੀਂ ਬਰਨ ਕਰਦੇ ਹੋ, ਮੈਗਨੀਸ਼ੀਅਮ ਕੀ ਹੁੰਦਾ ਤੁਹਾਡਾ Mg, ਉਹਨੂੰ ਤੁਸੀਂ ਬਰਨ ਕਰੋਗੇ ਤਾਂ ਆਪਣੇ ਕੋਲ ਇਨਵਾਇਰਮੈਂਟ ਦੇ ਵਿੱਚ, ਵਾਤਾਵਰਨ ਦੇ ਵਿੱਚ ਕੀ ਹੁੰਦੀ ਹੈ, ਆਕਸੀਜਨ, ਤੇ ਇਹ ਦੋਨੋਂ ਕੰਬਾਈਨ ਹੋ ਕੇ ਕੀ ਬਣ ਜਾਂਦਾ ਹੈ ਤੁਹਾਡਾ MgO, ਯਾਨੀ ਕਿ ਮੈਗਨੀਸ਼ੀਅਮ ਆਕਸਾਈਡ ਜਿਹੜਾ ਉਹ ਤੁਹਾਡਾ ਮਿਲ ਜਾਂਦਾ ਹੈ। ਇਹ ਤੁਹਾਡਾ ਵਾਈਟ ਕਲਰ ਦਾ ਹੋਏਗਾ। ਕਈ ਵਾਰੀ ਤੁਹਾਨੂੰ ਇਹਦਾ ਰੰਗ ਪੁੱਛ ਲਿਆ ਜਾਂਦਾ ਕਿ ਚਿੱਟੇ ਰੰਗ ਦਾ ਹੁੰਦਾ ਹੈ, ਕਈ ਵਾਰੀ ਤੁਹਾਨੂੰ ਪੁੱਛ ਲਿਆ ਜਾਂਦਾ ਕਿ ਜਿਹੜਾ ਪਦਾਰਥ ਹੈ ਉਹ ਕਿਹੜਾ ਬਣੇਗਾ, ਤਾਂ ਉਹ ਮੈਗਨੀਸ਼ੀਅਮ ਆਕਸਾਈਡ ਜਿਹੜਾ ਉਹ ਤੁਹਾਡਾ ਬਣਦਾ ਹੈ। ਸੋ ਇਹਦੇ ਵਿੱਚ ਆਪਾਂ ਜ਼ਿਆਦਾ ਕੁਛ ਜਿਹੜਾ ਉਹ ਦੇਖਣਾ ਨਹੀਂ ਹੈ, ਠੀਕ ਹੈ। ਜਾਂ ਕਈ ਵਾਰੀ ਜਿਹੜਾ ਨੇ ਉਹ ਤੁਹਾਡਾ ਕਿਰਿਆ ਦੇ ਵਿੱਚੋਂ ਵੀ ਕੁਐਸਚਨ ਪੁੱਛ ਲਿਆ ਜਾਂਦਾ ਪਰ ਇੰਨਾ ਜਿਹੜਾ ਹੈ ਉਹ ਜ਼ਿਆਦਾ ਕੁਐਸਚਨ ਨਹੀਂ ਆਏਗਾ, ਠੀਕ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਤੁਹਾਨੂੰ ਦੱਸਣਾ ਹੁੰਦਾ ਹੈ ਕਿ ਰਸਾਇਣਿਕ ਜਿਹੜੀ ਕਿਰਿਆ ਹੈ ਉਹ ਕਿਵੇਂ ਹੋਈ ਹੈ। ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਰਸਾਇਣਿਕ ਕਿਰਿਆ ਜਿਹੜੀ ਹੈ ਉਹ ਹੋ ਗਈ ਹੈ। ਇਹਦੇ ਵਿੱਚ ਵੀ ਕੁਐਸਚਨ ਜਿਹੜਾ ਉਹ ਪੁੱਛ ਲਿਆ ਜਾਂਦਾ, ਤੁਹਾਨੂੰ ਕੋਈ ਵੀ ਤਿੰਨ ਆਪਸ਼ਨ ਗਲਤ ਦੇ ਕੇ ਚੌਥਾ ਆਪਸ਼ਨ ਜਿਹੜਾ ਇਹਨਾਂ ਚਾਰਾਂ ਦੇ ਵਿੱਚੋਂ ਦੇ ਦਿੱਤਾ ਜਾਏਗਾ। ਜਦੋਂ ਵੀ ਕੋਈ ਰਸਾਇਣਿਕ ਕਿਰਿਆ ਹੋਏਗੀ, ਅਵਸਥਾ ਦੇ ਵਿੱਚ ਪਰਿਵਰਤਨ ਹੋਏਗਾ। ਜਿਵੇਂ ਤੁਹਾਡੀ ਕੋਈ ਚੀਜ਼ ਠੋਸ ਹੈ ਤਾਂ ਉਹ ਦਰਵ ਹੋ ਸਕਦੀ ਹੈ, ਜੇ ਕੋਈ ਦਰਵ ਹੈ ਤਾਂ ਉਹ ਗੈਸ ਬਣ ਸਕਦੀ ਹੈ। ਜੇਕਰ ਇਹ ਚੀਜ਼ਾਂ ਹੋ ਰਹੀਆਂ ਨੇ ਤਾਂ ਰਸਾਇਣਿਕ ਕਿਰਿਆ ਤੁਹਾਡੀ ਹੋ ਰਹੀ ਹੈ। ਰੰਗ ਦੇ ਵਿੱਚ ਪਰਿਵਰਤਨ ਹੋ ਸਕਦਾ ਹੈ, ਜੇਕਰ ਉਹ ਲਾਲ ਰੰਗ ਦੀ ਸੀ ਤਾਂ ਨੀਲਾ ਹੋ ਸਕਦਾ ਹੈ, ਹਰਾ ਹੋ ਸਕਦਾ ਹੈ, ਕੋਈ ਵੀ ਰੰਗ ਹੋ ਸਕਦਾ ਹੈ। ਗੈਸ ਜਿਹੜੀ ਹੈ ਉਹ ਰਿਲੀਜ਼ ਹੋ ਸਕਦੀ ਹੈ। ਗੈਸ ਦੀ ਉਤਪੱਤੀ ਜਦੋਂ ਤੁਸੀਂ ਦੋ ਚੀਜ਼ਾਂ ਨੂੰ ਕਿਰਿਆ ਕਰਾ ਰਹੇ ਹੋ ਤਾਂ ਇੱਥੇ ਵੀ ਤਾਂ ਆਪਣੇ ਕੋਲ ਉੱਪਰ ਜਿਹੜਾ ਮੈਂ ਤੁਹਾਨੂੰ ਦੱਸਿਆ ਮੈਗਨੀਸ਼ੀਅਮ ਆਕਸਾਈਡ ਗੈਸ ਜਿਹੜੀ ਉਹ ਰਿਲੀਜ਼ ਹੋ ਰਹੀ ਸੀ। ਆਪਾਂ ਮੈਗਨੀਸ਼ੀਅਮ ਤੇ ਆਕਸੀਜਨ ਦੀ ਕਿਰਿਆ ਕਰਵਾਈ, ਆਪਣੇ ਕੋਲ ਗੈਸ ਨਿਕਲ ਗਈ, ਮਤਲਬ ਉਹ ਇੱਕ ਰਸਾਇਣਿਕ ਕਿਰਿਆ ਹੈ। ਤਾਪਮਾਨ ਵਿੱਚ ਪਰਿਵਰਤਨ, ਕੋਈ ਚੀਜ਼ ਜਾਂ ਤਾਂ ਗਰਮ ਹੋ ਜਾਂਦੀ ਹੈ ਜਾਂ ਠੰਡੀ ਹੋ ਜਾਂਦੀ ਹੈ। ਜਿੰਨਾ ਤਾਪਮਾਨ ਪਹਿਲਾਂ ਸੀ ਉਹਦੇ ਤੋਂ ਜ਼ਿਆਦਾ ਜਾਂ ਘੱਟ ਹੋਣਾ, ਉਹ ਆਪਣੇ ਕੋਲ ਕੀ ਹੁੰਦਾ ਹੈ, ਰਸਾਇਣਿਕ ਕਿਰਿਆ ਦਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਬੂਤ ਹੁੰਦਾ ਹੈ ਵੀ ਇੱਥੇ ਰਸਾਇਣਿਕ ਕਿਰਿਆ ਜਿਹੜੀ ਆ ਹੋਈ ਹੈ। ਸੋ ਆਪਣੇ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਰਸਾਇਣਿਕ ਕਿਰਿਆਵਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਤੇ ਇਹੀ ਆਪਾਂ ਜਿਹੜਾ ਹੈ ਇਸ ਚੈਪਟਰ ਦੇ ਅੰਦਰ ਪੜ੍ਹਨਾ ਹੈ। ਤਾਂ ਇੱਕ ਕੁਐਸਚਨ ਜਿਹੜਾ ਹੈ ਤੁਹਾਡਾ ਇੱਥੋਂ ਬਣ ਸਕਦਾ ਹੈ ਇੰਪੋਰਟੈਂਟ। ਤੁਸੀਂ ਇਹ ਚਾਰ ਚੀਜ਼ਾਂ ਜਿਹੜੀਆਂ ਨੇ ਯਾਦ ਰੱਖਣੀਆਂ ਨੇ ਕਿ ਜਦੋਂ ਵੀ ਰਸਾਇਣਿਕ ਕਿਰਿਆ ਹੁੰਦੀ ਹੈ ਤਾਂ ਕੀ ਚੇਂਜਿਸ, ਕੀ ਪਰਿਵਰਤਨ ਤੁਹਾਨੂੰ ਦੇਖਣ ਨੂੰ ਮਿਲਦੇ ਨੇ, ਕਿਵੇਂ ਤੁਸੀਂ ਦੱਸੋਗੇ ਕਿ ਰਸਾਇਣਿਕ ਕਿਰਿਆ ਹੋ ਚੁੱਕੀ ਹੈ। ਦੂਜੀ ਚੀਜ਼ ਜਿਹੜੀ ਹੈ ਉਹ ਤੁਹਾਨੂੰ ਕਈ ਵਾਰੀ ਕੈਮੀਕਲ ਇਕੁਏਸ਼ਨ ਜਾਂ ਰਸਾਇਣਿਕ ਸਮੀਕਰਨ ਦਾ ਪੁੱਛ ਲੈਂਦੇ ਨੇ ਕਿ ਉਹ ਕਿਵੇਂ ਹੁੰਦਾ। ਤਾਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਪਾਸੇ ਅਭਿਕਾਰਕ ਹੁੰਦੇ ਨੇ, ਦੂਜੇ ਪਾਸੇ ਉਤਪਾਦ ਹੁੰਦੇ ਨੇ।
ਅਭਿਕਾਰਕ ਤੇ ਉਤਪਾਦ ਦੇ ਵਿੱਚ ਇੱਕ ਜਿਹੜੀ ਹੈ ਉਹ ਤੁਹਾਡੀ ਐਰੋ ਲੱਗੀ ਹੋਏਗੀ, ਇਹ ਤੀਰ ਦਾ ਨਿਸ਼ਾਨ ਜਿਹੜਾ ਇਹ ਲੱਗਾ ਹੋਏਗਾ। ਇਸ ਤੀਰ ਤੋਂ ਇੱਧਰਲੀ ਸਾਈਡ ਜਿਹੜੇ ਨੇ ਇਹ ਤੁਹਾਡੇ ਅਭਿਕਾਰਕ ਹੁੰਦੇ ਨੇ ਤੇ ਇਸ ਸਾਈਡ ਤੇ ਜਿਹੜੇ ਤੁਹਾਡੇ ਨੇ ਉਤਪਾਦ ਹੁੰਦੇ ਨੇ। ਹੁਣ ਅਭਿਕਾਰਕ ਕੀ ਹੁੰਦੇ ਨੇ? ਜਿਹੜੀਆਂ ਦੋ ਚੀਜ਼ਾਂ ਨੂੰ, ਤਿੰਨ ਚੀਜ਼ਾਂ ਨੂੰ, ਚਾਰ ਚੀਜ਼ਾਂ ਨੂੰ ਤੁਸੀਂ ਮਿਲਾ ਰਹੇ ਹੋ ਨਵਾਂ ਉਤਪਾਦ ਬਣਾਉਣ ਲਈ, ਉਹ ਤੁਹਾਡਾ ਅਭਿਕਾਰਕ ਹੁੰਦਾ ਹੈ। ਤੇ ਜਿਹੜੀ ਚੀਜ਼ ਲਾਸਟ ਦੇ ਵਿੱਚ ਤੁਹਾਡੇ ਕੋਲ ਬਣਦੀ ਹੈ, ਜਿਵੇਂ ਨਿੰਬੂ ਹੋ ਗਿਆ, ਖੰਡ ਹੋ ਗਈ, ਪਾਣੀ ਹੋ ਗਿਆ, ਨਮਕ ਹੋ ਗਿਆ, ਇਹ ਤੁਹਾਡੇ ਨੇ ਅਭਿਕਾਰਕ। ਤੇ ਜਿਹੜੀ ਸ਼ਿਕੰਜਵੀ ਬਣ ਕੇ ਆਈ ਹੈ ਉਹ ਤੁਹਾਡਾ ਕੀ ਹੋ ਜਾਂਦਾ ਹੈ? ਉਤਪਾਦ ਹੋ ਜਾਂਦਾ ਹੈ। ਤਾਂ ਇਹਨਾਂ ਨੂੰ ਆਪਾਂ ਕਹਿੰਦੇ ਹਾਂ ਉਤਪਾਦ। ਜੇਕਰ ਆਪਾਂ ਉੱਪਰਲੀ ਰਿਐਕਸ਼ਨ ਦੀ ਗੱਲ ਕਰਦੇ ਹਾਂ, ਜਿਵੇਂ ਮੈਂ ਤੁਹਾਨੂੰ ਸਮਝਾਇਆ, ਤੇ ਇੱਥੇ ਮੈਗਨੀਸ਼ੀਅਮ ਤੇ ਆਕਸੀਜਨ ਇਹ ਦੋਵੇਂ ਤੁਹਾਡੇ ਕੀ ਸੀ? ਅਭਿਕਾਰਕ ਸੀ। ਤੇ ਇਹਨਾਂ ਦੋਨਾਂ ਤੋਂ ਮਿਲ ਕੇ ਤੁਹਾਡੇ ਕੋਲ ਮੈਗਨੀਸ਼ੀਅਮ ਆਕਸਾਈਡ ਬਣੀ ਸੀ, ਇਹ ਤੁਹਾਡੇ ਕੋਲ ਕੀ ਸੀ? ਤੁਹਾਡਾ ਉਤਪਾਦ ਸੀ। ਕਈ ਵਾਰੀ ਇੱਕ ਇਕੁਏਸ਼ਨ ਦੇ ਕੇ ਤੁਹਾਨੂੰ ਪੁੱਛ ਲੈਂਦੇ ਨੇ ਅਭਿਕਾਰਕ ਤੇ ਜਿਹੜੇ ਤੁਹਾਡੇ ਉਤਪਾਦ ਨੇ ਉਹ ਕਿਹੜੇ ਨੇ, ਉਹ ਤੁਹਾਨੂੰ ਦੱਸਣਾ ਹੁੰਦਾ ਹੈ। ਉਸ ਤੋਂ ਬਾਅਦ ਇਹਨਾਂ ਵਿੱਚੋਂ ਤੁਹਾਡਾ ਕੋਈ ਵੀ ਜਿਹੜਾ ਕੁਐਸਚਨ ਹੈ ਉਹ ਜ਼ਿਆਦਾਤਰ ਨਹੀਂ ਪੁੱਛਿਆ ਜਾਂਦਾ ਇੱਥੇ, ਜਿੰਨਾ ਵੀ ਆਪਾਂ ਕਰ ਰਹੇ ਹਾਂ। ਹੁਣ ਸੰਤੁਲਿਤ ਰਸਾਇਣਿਕ ਸਮੀਕਰਨ ਕਈ ਵਾਰੀ ਪੁੱਛ ਲੈਂਦੇ ਨੇ, ਇੰਪੋਰਟੈਂਟ ਹੈ। ਜਾਂ ਤਾਂ ਤੁਹਾਨੂੰ ਕੋਈ ਜਿਹੜੀ ਹੈ ਉਹ ਇੱਦਾਂ ਦੀ ਕੋਈ ਸਮੀਕਰਨ ਦੇ ਦੇਣਗੇ, ਤੁਹਾਨੂੰ ਕਹਿਣਗੇ ਵੀ ਕਿ ਇਹ ਆਪਾਂ ਕਹਿ ਸਕਦੇ ਹਾਂ ਕਿ ਸੰਤੁਲਿਤ ਹੈ ਜਾਂ ਨਹੀਂ ਹੈ, ਜਾਂ ਤੁਸੀਂ ਇਹਦਾ ਸੰਤੁਲਿਤ ਰੂਪ ਕਿਹੜਾ ਹੋਏਗਾ ਉਹ ਤੁਸੀਂ ਦੱਸਣਾ ਹੁੰਦਾ। ਦੋ ਚਾਰ ਤਿੰਨ ਗਲਤ ਹੋਣਗੇ ਤੇ ਇੱਕ ਸਹੀ ਹੋਏਗਾ। ਤਾਂ ਤੁਸੀਂ ਉਹਨੂੰ ਕੀ ਹੁੰਦਾ ਹੈ? ਬੈਲੈਂਸ ਕਰਨਾ ਹੁੰਦਾ, ਸੰਤੁਲਿਤ ਕਰਨਾ ਹੁੰਦਾ। ਸੰਤੁਲਿਤ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਜਿੰਨੇ ਜ਼ਿੰਕ ਦੇ ਐਟਮ ਇੱਥੇ ਨੇ, ਅਣੂ ਇੱਥੇ ਨੇ, ਉਹੀ ਜਿਹੜੇ ਨੇ ਇੱਥੇ ਬਣਨੇ ਚਾਹੀਦੇ ਨੇ। ਜਿੰਨੇ ਹਾਈਡਰੋਜਨ ਇਸ ਸਾਈਡ ਤੇ ਨੇ, ਉਹਨੇ ਹਾਈਡਰੋਜਨ ਇਸ ਸਾਈਡ ਤੇ ਬਣਨੇ ਚਾਹੀਦੇ ਨੇ। ਜਿੰਨੇ ਸਲਫਰ SO4 ਇੱਧਰ ਨੇ, ਉਹਨੇ ਹੀ ਸਲਫਰ ਜਿਹੜੇ ਨੇ ਜਾਂ SO4 ਜਿਹੜੇ ਨੇ ਉਹ ਇੱਧਰ ਬਣਨੇ ਚਾਹੀਦੇ ਨੇ। ਤੁਸੀਂ ਕੋਈ ਵੀ ਪਰਮੂਟੇਸ਼ਨਸ ਐਂਡ ਕੰਬੀਨੇਸ਼ਨ ਜਾਂ ਕੋਈ ਵੀ ਜੋੜ ਤੋੜ ਕਰੋ ਤੇ ਤੁਹਾਡਾ ਜਿਹੜਾ ਹੈ ਉਹ ਬਰਾਬਰ ਹੋਣੇ ਚਾਹੀਦੇ ਨੇ। ਹੁਣ ਤੁਸੀਂ ਕੀ ਕਰਨਾ, ਤੁਹਾਨੂੰ ਚਾਰ ਆਪਸ਼ਨ ਦਿੱਤੇ ਹੋਣਗੇ A B C ਤੇ D। ਉਹਦੇ ਵਿੱਚ ਤੁਸੀਂ ਸਾਰਿਆਂ ਤੋਂ ਪਹਿਲਾਂ ਕੀ ਕਰਨਾ ਹੈ, ਇੱਕ ਇੱਕ ਜਿਹੜੇ ਨੇ ਉਹ ਅਲੱਗ-ਅਲੱਗ ਲੈ ਲਓ। ਜਿਵੇਂ ਜ਼ਿੰਕ ਤੁਸੀਂ ਲੈ ਲਿਆ, ਉਹਨੂੰ ਦੇਖੋ ਕਿ ਇੱਧਰ ਇੱਕ ਹੈ ਤੇ ਇੱਥੇ ਵੀ ਇੱਕ ਹੈ, ਠੀਕ ਹੈ। ਜੇਕਰ ਆਪਾਂ ਚੈੱਕ ਕਰਦੇ ਹਾਂ ਤਾਂ ਇੱਥੇ ਜ਼ਿੰਕ ਜਿਹੜਾ ਹੈ ਉਹ ਇੱਕ ਹੈ, ਇੱਥੇ ਵੀ ਜ਼ਿੰਕ ਇੱਕ ਹੈ। ਇੱਥੇ ਅਗਰ ਮੈਂ H2 ਦੀ ਗੱਲ ਕਰਾਂ ਤਾਂ ਇੱਥੇ ਵੀ H2 ਹਾਈਡਰੋਜਨ ਦੇ ਅਣੂ ਦੋ ਨੇ ਤੇ ਇੱਥੇ ਵੀ ਹਾਈਡਰੋਜਨ ਦੇ ਅਣੂ ਦੋ ਨੇ। ਇੱਥੇ ਜੇਕਰ ਮੈਂ SO4 ਦੀ ਗੱਲ ਕਰਾਂ ਤਾਂ ਇੱਕ SO4 ਹੈ, ਇੱਥੇ ਵੀ ਇੱਕ SO4 ਹੈ। ਇਹਦਾ ਮਤਲਬ ਇਹ ਕੀ ਹੈ, ਆਪਣੇ ਕੋਲ ਸੰਤੁਲਿਤ ਰਸਾਇਣਿਕ ਜਿਹੜੀ ਨੇ ਉਹ ਸਮੀਕਰਨ ਜਿਹੜਾ ਹੈ ਉਹ ਹੈਗਾ, ਠੀਕ ਹੈ। ਸੰਤੁਲਿਤ ਦਾ ਮਤਲਬ ਜਿੰਨੇ ਤੁਹਾਡੇ ਕੋਲ ਅਭਿਕਾਰਕ ਨੇ ਉਨੇ ਹੀ ਤੁਹਾਡੇ ਕੋਲ ਉਤਪਾਦ ਬਣਨੇ ਚਾਹੀਦੇ ਨੇ। ਜਿੰਨੇ ਤੁਹਾਡੇ ਅਭਿਕਾਰਕ ਦੇ ਵਿੱਚ ਕਿਸੇ ਚੀਜ਼ ਦੇ, ਕਿਸੇ ਤੱਤ ਦੇ ਅਣੂ ਨੇ, ਉਨੇ ਹੀ ਤੁਹਾਡੇ ਉਤਪਾਦ ਦੇ ਵਿੱਚ ਜਿਹੜੇ ਨੇ ਉਹ ਹੋਣੇ ਚਾਹੀਦੇ ਆ, ਠੀਕ ਹੈ। ਓਕੇ, ਸੋ ਇੱਥੇ ਤੁਹਾਨੂੰ ਇਹ ਚੀਜ਼ ਜਿਹੜੀ ਹੈ ਦਿੱਤੀ ਗਈ ਹੈ ਕਿ ਜ਼ਿੰਕ 1 ਸੀ, ਹਾਈਡਰੋਜਨ 2 ਸੀ, ਇੱਥੇ ਵੀ 1 ਸੀ, ਇੱਥੇ 4 ਸੀ। ਇੱਕ ਟੇਬਲ ਬਣਾ ਲਓ, ਉਹਦੇ ਵਿੱਚ ਲਿਖ ਲਓ ਜਦੋਂ ਆਪਣਾ ਉਤਪਾਦ ਬਣਿਆ ਤਾਂ ਵੀ 1 2 1 ਤੇ 4 ਉਹ ਸੇਮ ਹੀ ਗਿਣਤੀ ਜਿਹੜੀ ਉਹ ਇੱਥੇ ਰਹੀ ਹੈ। ਮਤਲਬ ਇਹ ਕੀ ਸੀ, ਆਪਣਾ ਰਸਾਇਣਿਕ ਜਿਹੜਾ ਸਮੀਕਰਨ ਸੀ ਉਹ ਸੰਤੁਲਿਤ ਸੀ। ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੋਈ, ਜਿਵੇਂ Fe+H2O ਕੀ ਬਣ ਰਿਹਾ ਆਪਣਾ Fe3O4 ਤੇ H2। ਹੁਣ ਇੱਥੇ ਦੇਖੋ, ਇਹ ਜਿਹੜਾ Fe ਸੀ ਇਹ ਆਪਣੇ ਕੋਲ ਅਭਿਕਾਰਕ ਦੀ ਵੱਲ 1 ਸੀ ਤੇ ਦੂਜੀ ਵੱਲ ਆਪਣੇ ਕੋਲ 3 ਹੋ ਗਏ। ਜੇਕਰ ਮੈਂ ਆਕਸੀਜਨ ਦੀ ਗੱਲ ਕਰਾਂ ਤਾਂ ਇੱਕ ਆਪਣੇ ਕੋਲ ਅਭਿਕਾਰਕ 'ਚ ਜਿਹੜੇ ਆਕਸੀਜਨ ਸੀ ਉਹ 1 ਸੀ ਤੇ ਦੂਜੇ ਪਾਸੇ ਆਪਣੇ ਕੋਲ ਜਿਹੜੇ ਨੇ ਉਹ 4 ਹੋ ਗਏ। ਹਾਈਡਰੋਜਨ ਮੇਰੇ ਕੋਲ 2 ਹੀ ਸੀ ਤੇ ਹਾਈਡਰੋਜਨ ਮੇਰੇ ਕੋਲ 2 ਹੀ ਪਏ ਨੇ, ਠੀਕ ਹੈ। ਇਹ ਚੀਜ਼ ਤਾਂ ਤੁਹਾਡੀ ਠੀਕ ਹੈ, ਬਟ ਇਹਨਾਂ ਦੋਨਾਂ ਨੂੰ ਤੁਹਾਨੂੰ ਕੀ ਕਰਨਾ ਪਏਗਾ, ਸੰਤੁਲਿਤ ਕਰਨਾ ਪਏਗਾ। ਕਿ ਜਾਂ ਤਾਂ ਤੁਸੀਂ 3 ਇੱਥੇ ਕਰ ਦਿਓ, ਜੇ ਮੈਂ Fe ਦੇ ਅੱਗੇ 3 ਲਾਦਾ ਤਾਂ ਦੋਨੇ ਸਾਈਡ 3 ਬਣ ਗਏ ਨਾ। ਤੁਸੀਂ ਗਿਣਤੀ ਅੱਗੇ ਜਿਹੜੀ ਉਹ ਵਧਾ ਕੇ ਘੱਟ ਕਰ ਸਕਦੇ ਹੋ ਜਾਂ ਕੁਛ ਵੀ ਕਰ ਸਕਦੇ ਹੋ। ਹੁਣ ਇੱਥੇ ਵੀ 3 ਹੋ ਗਏ, ਇੱਥੇ ਵੀ 3 ਹੋ ਗਏ। ਹੁਣ ਜੇਕਰ ਮੈਂ ਹਾਈਡਰੋਜਨ ਦੇ ਅੱਗੇ 4 ਲਾ ਦਾਂ, ਕਿਉਂਕਿ ਮੈਨੂੰ 4 ਆਕਸੀਜਨ ਚਾਹੀਦੇ ਨੇ ਤੇ ਮੈਂ ਇੱਥੇ 4 ਲਾਤਾ ਤੇ ਹਾਈਡਰੋਜਨ ਕਿੰਨੇ ਹੋ ਗਏ, 8 ਹੋ ਗਏ, ਪਰ ਆਕਸੀਜਨ ਤਾਂ 4 ਹੋ ਗਏ ਨਾ। ਤਾਂ ਆਪਾਂ ਇੱਥੇ ਕੀ ਕਰਾਂਗੇ, ਇੱਥੇ ਵੀ 4 ਲਾ ਦਾਂਗੇ ਤੇ ਜਿਹੜੀ ਆਪਣੀ ਇਕੁਏਸ਼ਨ ਹੈ ਉਹ ਕੀ ਬਣ ਜਾਏਗੀ ਕਿ 3Fe plus 4H2O ਕੀ ਬਣੇਗਾ ਆਪਣਾ Fe3O4 plus 4H2। ਇਹ ਬਣ ਜਾਏਗੀ ਸੰਤੁਲਿਤ ਰਸਾਇਣਿਕ ਅਭਿਕਿਰਿਆ। ਬਸ 3 ਆਪਸ਼ਨ ਤੁਹਾਨੂੰ, ਤੁਸੀਂ ਆਪਸ਼ਨਸ ਦੇ ਵਿੱਚੋਂ ਇਹਨਾਂ ਨੂੰ ਕਰ ਸਕਦੇ ਹੋ। ਇੱਕ ਟੇਬਲ ਬਣਾ ਲਓ ਜਿਵੇਂ ਆਪਣੇ ਕੋਲ ਉੱਪਰ ਬਣਿਆ ਹੋਇਆ ਤੇ ਇਸੇ ਤਰ੍ਹਾਂ ਇਹਦੇ ਵਿੱਚ ਲਿਖ ਦਿਓ, ਤੁਹਾਨੂੰ ਆਨਸਰ ਤੁਹਾਡਾ ਮਿਲ ਜਾਏਗਾ, ਠੀਕ ਹੈ। ਆ ਦੇਖੋ ਇੱਥੇ ਵੀ ਟੇਬਲ ਦੇ ਵਿੱਚ ਲਿਖਿਆ ਹੋਇਆ, ਠੀਕ ਹੈ। ਫਿਰ ਇਹਨਾਂ ਨੇ ਕੀ ਕੀਤਾ, ਬੈਲੈਂਸ ਕੀਤਾ। ਬੈਲੈਂਸ ਕਰਨ ਤੋਂ ਬਾਅਦ ਜਿਹੜੀ ਹੈ ਉਹ ਆਪਣੇ ਕੋਲ ਲਾਸਟ ਜਿਹੜੀ ਹੈ ਉਹ ਇਕੁਏਸ਼ਨ ਜਿਹੜੀ ਉਹ ਬਣਦੀ ਹੈ, ਉਹ ਮੈਂ ਤੁਹਾਨੂੰ ਬਣਾ ਕੇ ਦਿਖਾਈ ਸੀ ਤੇ ਉਹ ਇੱਥੇ ਵੀ ਹੈਗੀ ਕਿ ਸੰਤੁਲਿਤ ਰਸਾਇਣਿਕ ਅਭਿਕਿਰਿਆ ਤੁਹਾਡੀ ਕਿਹੜੀ ਹੈ। ਅਤੇ ਤੁਸੀਂ ਪੂਰਾ ਪ੍ਰੋਸੈਸ ਨਹੀਂ ਰੱਟਣਾ, ਤੁਹਾਨੂੰ ਸਿਰਫ ਆਨਸਰ ਪਤਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰਦੇ ਹਾਂ, ਇਹਦੇ ਅਲੱਗ-ਅਲੱਗ ਮੈਥਡ ਹੁੰਦੇ ਨੇ। ਤੁਸੀਂ ਬਸ ਇੱਕ ਚੀਜ਼ ਦੇਖੋ ਕਿ ਕਿੰਨੇ ਐਟਮ ਇੱਕ ਸਾਈਡ ਨੇ ਅਭਿਕਾਰਕ ਦੇ ਵੱਲ ਨੇ, ਕਿੰਨੇ ਤੱਤ ਸੀ, ਤੇ ਦੂਜੀ ਸਾਈਡ ਜਿਹੜੇ ਨੇ ਉਹ ਕਿੰਨੇ ਅਣੂ ਤੁਹਾਡੇ ਨੇ ਉਹ ਹੈਗੇ ਨੇ, ਠੀਕ ਹੈ। ਸੋ ਉਸ ਤੋਂ ਬਾਅਦ ਤੁਹਾਨੂੰ ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ ਦਿੱਤੀਆਂ ਹੋਈਆਂ ਨੇ
देखो जिवें नाम ने उदां ही उन्हां दे जिहड़े ने वो प्रोसैस हुंदा है, उदां दी वो क्रिया जिहड़ी है रिएक्शन जिहड़ी हुंदी है। जिवें संयोजन, संयोजन दे विच तुसीं की करदे हो, दो चीज़ां नूं इकट्ठा करदे हो। कंबीनेशन, कंबाइन करदे हो ना, ठीक है। अगे तुसीं +1 दे विच जाओगे, तुहाडे सबजैक्ट कंबीनेशन होणगे। कंबीनेशन दे मतलब तुसीं अलग अलग सबजैक्ट्स नूं इकट्ठा करके पढ़ रहे हो, ठीक है। तो उदां ही इत्थे हुंदा संयोजन दा मतलब तुसीं इकट्ठा करना है। जिवें कैल्शियम ऑक्साइड मेरे कोल हो गया, बुझिया होया चूना, प्लस H2O मेरे कोल हो गया, की बनिया अपने कोल कैल्शियम हाइड्रोक्साइड बन गया। ये अणबुझिया होया चूना सी, ये बुझिया होया चूना है। एक चीज़ तुसीं याद रखनी है इत्थे भी कि तुसीं इन्हां नूं भी नाम जिहड़े ने इन्हां दे याद करने ने। हुण तुहानूं क्वेश्चन जिहड़ा ये पुछ सकदा है कि अणबुझिया होया चूने दा फार्मूला की हुंदा है, तां तुसीं कहना है कैल्शियम ऑक्साइड। कई बारी सीधा कैल्शियम ऑक्साइड लिखिया हुंदा है तां कैल्शियम ऑक्साइड सही है, कई बारी CaO लिखिया हुंदा तां ये भी सही है। हुण दूजा की है, तुहानूं पुछ लैंदा कि बुझिया चूना जिहड़ा ਉਹਦਾ फार्मूला की हुंदा है, तो कैल्शियम हाइड्रोक्साइड। हुण इन्हां नूं याद किवें करना है? देखो आपां जदों अग लगदी है तां बुझाउने किवें आ ਉਹਨੂੰ पानी पा के, ठीक है। तो जदों हाइड्रोजन नाल लग्गिया होया है, ठीक है, हाइड्रोजन पानी दे विच की हुंदा H2O, तो हाइड्रोजन हैगी है ना, तो H जदों लग्गिया होए तां ਉਹ बुझिया होया चूना है। तो जिथे कल्ली ऑक्सीजन किसी चीज़ नूं आपां जिहड़ा बालना है तां आपां नूं कहा जांदा कि ਉਹਨਾਂ ਨੂੰ ऑक्सीजन ਦੀ सप्लाई दिओ। ऑक्सीजन की जिथे कल्ला ऑक्सीजन लग गया उत्थे अणबुझिया मतलब बुझिया होया नहीं है उत्थे, ठीक है। तो जिथे हाइड्रोजन आ गया मतलब ऑक्सीजन ते हाइड्रोजन मिल के पानी बनाते हैं ना, तो पानी दे विच ये जिहड़ा है अपना बुझिया होया चूना होएगा। ये चीज़ तुसीं याद रखनी है, ठीक है। उस तो बाद इन्हां नूं कैल्शियम हाइड्रोक्साइड भी कहंदे ने। ते कैल्शियम कार्बोनेट दी जिहड़ी है वो भी तुसीं याद कर लिओ कि फार्मूला हुंदा है CaCO3। उस तो बाद संयोजन क्रिया मैं तुहानूं दसती। उस तो बाद कई बार तुहानूं पुछ लैंदे आ कि ताप निकासी जिहड़ी रसायनिक क्रिया ने वो किहड़ी है, या तुहानूं कोई रिएक्शन दे देणगे तो उन्हां दे विच पुछा जाएगा कि ताप निकासी किहड़ी है। निकासी का मतलब की है, कोई चीज़ निकल रही है बाहर। तो जदों ताप तुहाडा उत्पाद वाली साइड होवे प्लस होके उत्पाद वाली साइड होवे तां तुसीं कहोगे कि वो ताप निकासी है। जेकर यही ताप तुहाडा इस साइड अभिकारक वाली साइड प्लस हुंदा तां तुसीं कहोगे ताप सोखी है, मतलब ये सोख रही है उस चीज़ नूं। एंडोथर्मिक है, ताप जिहड़ा तुहानूं बाहरों देना पै रिहा किसी रिएक्शन नूं करवाउण लई, मतलब तुसीं दो जिहड़े तुहाडे कोल अणु ने या कोई भी तुहाडे कोल जिहड़े कंपाउंड ने उन्हां नूं गर्म कर रहे हो, ठीक है। ये चीज़ हुंदी है कि जदों तुसीं कोई प्लस इत्थे आ जांदा, इहदा मतलब है कि जदों तुसीं कोई क्रिया करवाई है तो हीट जिहड़ी वो रिलीज़ हुई है, हीट दी जिहड़ी वो निकासी हुई है, ठीक है। ये भी कई चीज़ जिहड़ी वो पुछ लैंदे ने। दूजी चीज़ तुसीं देखो आ जिहड़ा पॉइंट है ये तुहाडा इंपॉर्टेंट है। वनस्पति पदार्थां दी अपघटन क्रिया के नतीजे वजों कंपोस्ट का बनना भी ताप निकासी क्रिया है। ये कई बार पूछ लेंदे ने, 2-3 ऑप्शन किते होर दे देणगे तो तीजा तुहाडा दे देणगे कि वनस्पति पदार्थां दे अपघटन की क्रिया वजों की बनता है। तो तुसीं इत्थे दसोगे कि कंपोस्ट जिहड़ी वो बनती है, या कई बार कह देणगे कि वनस्पति पदार्थां दी अपघटन क्रिया के नतीजे वजों कंपोस्ट बनना किस तरह की क्रिया का उदाहरण है। तो तुसीं ये देखोगे कि ये जिहड़ा है ये ताप निकासी क्रिया का उदाहरण जिहड़ा है हुंदा है, ठीक है। ये चीज़ तुसीं जिहड़ी है वो दसोगे। दूजा तुसीं एक चीज़ ये देखी होएगी कि फोटोसिंथेसिस हुंदी है, प्रकाश संश्लेषण की क्रिया हुंदी है हरे जिहड़े प्लांट्स ने, हरे पौधे ने, पेड़ पौधे उन्हां दे विच, तां ओह भी जिहड़ी है वो तुहाडी ताप निकासी क्रिया हुंदी है। तुहानूं कई बार पूछ लैंदे ने कि प्रकाश संश्लेषण की जिहड़ी क्रिया हुंदी है वो किस तरह की जिहड़ी रासायनिक क्रिया, तो तुसीं दसोगे ताप निकासी है। इंपॉर्टेंट मैं तुहानूं दस रही हाँ, पूरा तुसीं नहीं पढ़ना, बस तुसीं इंपॉर्टेंट पढ़ना है। हुण है डिकंपोजिशन, अपघटन। अपघटन मतलब तुसीं दो चीज़ां नूं तोड़ रहे हो, तुहानूं एक वड्डी चीज़ दित्ती है, तुसीं उहनूं तोड़ के दो छोटियां छोटियां, 3 छोटियां, 4 छोटियां, मतलब एक तो कई चीज़ां बना रहे हो, तुसीं तोड़ रहे हो किसी चीज़ नूं। जेकर मैं यही गल करां रिएक्शन दी, तुहानूं एग्जाम्पल दे के जेकर मैं समझावां तो इत्थे जिहड़ा है वो तुहानूं फेरस सल्फेट दिता सी, फार्मूला याद रखियो, फेरस सल्फेट F2FeSO4। इनू जदों तुसीं गर्म करोगे तो तुहाडे कोल फेरिक ऑक्साइड बनेगा। हुण देखो एक फेरस सल्फेट तो मैं Fe2O3 भी बना लिया, मैं SO2 भी बना ली, मैं SO3 भी बना ली, ठीक है। तो इनू कहते हैं अपघटन करना। अपघटन मतलब तोड़ना किसी चीज़ नूं, डिकंपोज करना। डिकंपोज तुसीं छोटियां क्लासां दे विच करदे हो कि कोई जिहड़े ने डैड बॉडीज़ हुंदियां ने, मरे हुए जिहड़े जानवर हुंदे ने, उन्हां नूं अपघटन की क्रिया दे नाल छोटे छोटे जिहड़े ने तत्तां दे विच तोड़ दिता जांदा है, या उन्हां नूं डिकंपोज कर दिता जांदा है ताकि वो छेती जिहड़े ने गल जाण। तो इत्थे भी यही चीज़ है कि एक चीज़ दित्ती होएगी, तुसीं उहनूं तोड़ना है। एक चीज़ तुसीं उपर याद रखो कि फेरस सल्फेट के जिहड़े क्रिस्टल ने उन्हां दा हरा रंग बदल गया, ठीक है। हरा रंग जिहड़ा इत्थे बदल जाता है, तुसीं इत्थों इस चीज़ नूं तुसीं याद रखना है। उस तो बाद
ਇਹ ਚੀਜ਼ ਮੈਂ ਤੁਹਾਨੂੰ ਦੱਸਤੀ ਕਿ ਫੈਰਸ ਸਲਫੇਟ ਨੂੰ ਜਦ ਤੁਸੀਂ ਤੋੜੋਗੇ ਤਾਂ ਤੁਹਾਡੇ ਕੋਲ ਫੈਰਿਕ ਆਕਸਾਈਡ ਬਣੇਗਾ, ਸਲਫਰ ਡਾਈਆਕਸਾਈਡ ਬਣੇਗੀ ਤੇ ਸਲਫਰ ਟ੍ਰਾਈਆਕਸਾਈਡ ਜਿਹੜੀ ਉਹ ਬਣੇਗੀ। ਠੀਕ ਹੈ, ਤੇ ਹੁਣ ਜਿਹੜਾ ਇਹ ਫੈਰਿਕ ਆਕਸਾਈਡ ਜਿਹੜਾ ਹੁੰਦਾ ਇਹ ਇੱਕ ਠੋਸ ਹੈ, ਜਦੋਂ ਕਿ ਫੈਰਸ ਸਲਫਰ ਡਾਈਆਕਸਾਈਡ ਤੇ ਸਲਫਰ ਟ੍ਰਾਈਆਕਸਾਈਡ ਜਿਹੜੇ ਨੇ ਇਹ ਗੈਸਿਸ ਨੇ। ਠੀਕ ਹੈ, ਇਹਨਾਂ ਨੂੰ ਯਾਦ ਰੱਖਿਓ ਤੁਸੀਂ। ਉਸ ਤੋਂ ਬਾਅਦ ਇੱਕ ਚੀਜ਼ ਤੁਸੀਂ ਇਹ ਦੇਖੋ, ਕੈਲਸ਼ੀਅਮ ਕਾਰਬੋਨੇਟ, ਚੂਨੇ ਦਾ ਪੱਥਰ ਜਿਹਨੂੰ ਆਪਾਂ ਨੂੰ ਕਹਿੰਦੇ ਆ, ਚੂਨੇ ਦਾ ਪੱਥਰ ਲਾਈਮਸਟੋਨ, ਠੀਕ ਹੈ, ਜਾਂ ਕੈਲਸ਼ੀਅਮ ਕਾਰਬੋਨੇਟ। ਕੈਲਸ਼ੀਅਮ ਕਾਰਬੋਨੇਟ ਦਾ ਦੂਜਾ ਨਾਮ ਵੀ ਜਿਹੜਾ ਇਹ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਤਾਂ ਉਹਨੂੰ ਆਪਾਂ ਕਹਿੰਦੇ ਆ ਚੂਨੇ ਦਾ ਪੱਥਰ। ਠੀਕ ਹੈ, ਤੇ ਤੁਹਾਨੂੰ ਦਿੱਤਾ ਹੋਇਆ ਕੈਲਸ਼ੀਅਮ ਕਾਰਬੋਨੇਟ ਦੇ ਗਰਮ ਹੋਣ ਤੇ ਕੈਲਸ਼ੀਅਮ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਵਿੱਚ ਟੁੱਟਣਾ ਇੱਕ ਮਹੱਤਵਪੂਰਨ ਅਪਘਟਨ ਕਿਰਿਆ ਹੈ ਜਿਸ ਦੀ ਵਰਤੋਂ ਬਹੁਤ ਸਾਰੇ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ। ਕੈਲਸ਼ੀਅਮ ਆਕਸਾਈਡ ਨੂੰ ਚੂਨਾ ਜਾਂ ਅਣਬੁੱਝਿਆ ਹੋਇਆ ਚੂਨਾ ਕਿਹਾ ਜਾਂਦਾ ਹੈ। ਇਸ ਦੇ ਬਹੁਤ ਸਾਰੇ ਉਪਯੋਗ ਨੇ, ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਹੁਣ ਉਹਨਾਂ ਵਿੱਚੋਂ ਇੱਕ ਹੈ ਕਿ ਇਸ ਨੂੰ ਸੀਮੈਂਟ ਬਣਾਉਣ ਲਈ ਵਰਤਿਆ ਜਾਂਦਾ ਹੈ। ਤੇ ਕੈਲਸ਼ੀਅਮ ਆਕਸਾਈਡ ਨੂੰ ਕਿਸ ਚੀਜ਼ ਲਈ ਵਰਤਿਆ ਜਾਂਦਾ ਹੈ? ਸੀਮੈਂਟ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ। ਜਦੋਂ ਅਪਘਟਨ ਕਿਰਿਆ ਗਰਮ ਕਰਕੇ ਕੀਤੀ ਜਾਂਦੀ ਹੈ ਤਾਂ ਉਸ ਨੂੰ ਤਾਪ ਅਪਘਟਨ ਕਿਰਿਆ ਕਹਿੰਦੇ ਆ। ਜੇਕਰ ਗਰਮ ਕਰ ਰਹੇ ਹਾਂ ਤਾਂ ਤਾਪ ਅਪਘਟਨ ਹੋਏਗੀ। ਠੀਕ ਹੈ, ਉਸ ਤੋਂ ਬਾਅਦ ਤੁਹਾਨੂੰ ਨੈਕਸਟ ਜਿਹੜੀ ਹੈ ਉਹ ਰਿਐਕਸ਼ਨ ਦਿੱਤੀ ਹੋਈ ਹੈ, ਤੁਸੀਂ ਇਹਨੂੰ ਦੇਖ ਸਕਦੇ ਹੋ। ਠੀਕ ਹੈ, ਕੋਈ ਜ਼ਿਆਦਾ ਯਾਦ ਕਰਨ ਵਾਲੀ ਚੀਜ਼ ਜਿਹੜੀ ਨਹੀਂ ਹੈ, ਡੀਪ ਕੁਐਸਚਨ ਜਿਹੜੇ ਉਹ ਨਹੀਂ ਪੁੱਛੇ ਜਾਂਦੇ, ਸਿਰਫ ਇੰਨੀਆਂ ਹੀ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਪੁੱਛੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਇੱਕ ਚੀਜ਼ ਇਹ ਤੁਹਾਨੂੰ ਪੁੱਛ ਸਕਦੀ ਹੈ, ਛੋਟੇ ਛੋਟੇ ਕੁਐਸਚਨਸ ਜਿਹੜੇ ਨੇ ਉਹ ਚੱਕੇ ਜਾਣਗੇ, ਜਿਵੇਂ ਸੂਰਜੀ ਪ੍ਰਕਾਸ਼ ਵਿੱਚ ਸਿਲਵਰ ਨਾਈਟ੍ਰੇਟ ਸਿਲਵਰ ਧਾਤ ਪੈਦਾ ਕਰਦੀ ਹੈ। ਸਿਲਵਰ ਨਾਈਟ੍ਰੇਟ ਤੋਂ ਕੀ ਬਣੇਗਾ? ਸਿਲਵਰ ਬਣੇਗੀ ਅਤੇ ਰੰਗ ਧੂਏ ਰੰਗਾ ਹੋ ਜਾਂਦਾ, ਮਤਲਬ ਧੂਏ ਵਰਗਾ ਰੰਗ ਜਿਹੜਾ ਉਹਦਾ ਹੋ ਜਾਏਗਾ ਕਿਉਂਕਿ ਉਹ ਤੋਂ ਕਲੋਰੀਨ ਵੀ ਨਿਕਲ ਰਹੀ ਹੈ। ਠੀਕ ਹੈ, ਇਹ ਚੀਜ਼ ਤੁਸੀਂ ਯਾਦ ਰੱਖਿਓ। ਉਸ ਤੋਂ ਬਾਅਦ ਤਾਪ ਸੋਖੀ ਕਿਰਿਆ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਇਹ ਆਪਣਾ ਹੋ ਚੁੱਕਿਆ। ਉਸ ਤੋਂ ਬਾਅਦ ਹੈ ਡਿਸਪਲੇਸਮੈਂਟ ਰਿਐਕਸ਼ਨ, ਵਿਸਥਾਪਨ। ਵਿਸਥਾਪਨ ਦਾ ਮਤਲਬ ਕੀ ਹੁੰਦਾ? ਜਦੋਂ ਆਪਾਂ ਫਿਜ਼ਿਕਸ ਦੇ ਵਿੱਚ ਪੜ੍ਹਦੇ ਹਾਂ, ਭੌਤਿਕ ਵਿਗਿਆਨ ਦੇ ਵਿੱਚ ਤਾਂ ਕੀ ਹੁੰਦਾ? ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ, ਮਤਲਬ ਪਹਿਲਾਂ ਜਿੱਥੇ ਕੋਈ ਚੀਜ਼ ਸੀ ਉੱਥੇ ਨਹੀਂ ਆ, ਉਹਨੇ ਆਪਣਾ ਸਥਾਨ ਜਿਹੜਾ ਉਹ ਬਦਲ ਲਿਆ। ਉੱਦਾਂ ਹੀ ਜਿਹੜਾ ਹੈ ਵਿਸਥਾਪਨ ਦੇ ਵਿੱਚ ਹੁੰਦਾ ਹੈ। ਵਿਸਥਾਪਨ ਦੇ ਵਿੱਚ ਕੀ ਹੁੰਦਾ? ਜਿਵੇਂ ਦੇਖੋ Fe ਤੁਹਾਨੂੰ ਦਿੱਤਾ ਹੈ ਤੇ CuSO4 ਦਿੱਤਾ ਹੈ। ਹੁਣ Fe ਜਿਹੜਾ ਇੱਥੇ ਸੀ ਉਹ ਇੱਥੇ ਨਹੀਂ ਰਹੇਗਾ, ਉਹ SO4 ਦੇ ਨਾਲ ਆ ਜਾਏਗਾ ਤੇ ਕੋਪਰ ਜਿਹੜਾ ਇੱਥੇ ਆ ਉਹ ਵੀ ਵਿਸਥਾਪਿਤ ਹੋ ਜਾਏਗਾ ਤੇ ਕੋਪਰ ਜਿਹੜਾ ਉਹ ਅਲੱਗ ਨਿਕਲ ਜਾਂਦਾ ਹੈ। ਹੁਣ ਤੁਸੀਂ ਇਹ ਚੀਜ਼ ਸੋਚ ਕੇ ਦੇਖੋ ਕਿ ਕਿਹੜਾ ਜਿਹੜਾ ਹੈ ਉਹ ਨਿਕਲੇਗਾ ਜਾਂ ਨਹੀਂ ਨਿਕਲੇਗਾ। ਉਹ ਚੀਜ਼ ਜਿਹੜੀ ਹੈ ਉਹਨਾਂ ਦੀ ਰਿਐਕਟੀਵਿਟੀ ਦੇ ਉੱਪਰ, ਉਹਨਾਂ ਦੀ ਕਿਰਿਆਸ਼ੀਲਤਾ ਜਿਹੜੀ ਲੜੀ ਹੈ ਉਹਦੇ ਉੱਪਰ ਜਿਹੜਾ ਉਹ ਆਪਾਂ ਕੱਲ ਡਿਸਕਸ ਕਰਾਂਗੇ। ਉਹਦੇ ਵਿੱਚ ਉੱਪਰ ਡਿਪੈਂਡ ਕਰਦਾ ਹੈ ਕਿ ਕਿਹੜਾ ਕਿਹਨੂੰ ਵਿਸਥਾਪਿਤ ਕਰੇਗਾ। ਹੁਣ ਜਿਹੜਾ ਜ਼ਿਆਦਾ ਕਿਰਿਆਸ਼ੀਲ ਹੋਏਗਾ ਉਹ ਘੱਟ ਕਿਰਿਆਸ਼ੀਲ ਨੂੰ ਜਿਹੜਾ ਉਹ ਵਿਸਥਾਪਿਤ ਕਰ ਦੇਗਾ। ਜਦੋਂ ਦੋ ਲੋਕ ਲੜਦੇ ਨੇ ਜਾਂ ਦੋ ਪਹਿਲਵਾਨ ਲੜਦੇ ਨੇ ਤਾਂ ਜਿਹੜਾ ਜ਼ਿਆਦਾ ਤਾਕਤਵਰ ਹੁੰਦਾ ਉਹ ਦੂਜੇ ਨੂੰ ਕੀ ਹੁੰਦਾ ਹੈ? ਹਰਾ ਦਿੰਦਾ। ਤਾਂ ਇੱਥੇ ਵੀ ਇਹੀ ਚੀਜ਼ ਹੋਏਗੀ ਕਿ ਜਿਹੜਾ ਜ਼ਿਆਦਾ ਕਿਰਿਆਸ਼ੀਲ ਹੋਏਗਾ ਉਹ ਘੱਟ ਕਿਰਿਆਸ਼ੀਲ ਨੂੰ ਕੀ ਕਰ ਦੇਗਾ? ਡਿਸਪਲੇਸ ਕਰ ਦੇਗਾ, ਉਹਦੀ ਜਗ੍ਹਾ ਤੋਂ ਕੱਢ ਕੇ ਆਪ ਉਹਦੀ ਥਾਂ ਤੇ ਆ ਕੇ ਬੈਠ ਜਾਏਗਾ। ਠੀਕ ਹੈ, ਇਹੀ ਚੀਜ਼ ਤੁਸੀਂ ਦੱਸਣੀ ਹੈ। ਤੁਹਾਨੂੰ ਇੱਕ ਰਿਐਕਸ਼ਨ ਦੇ ਦੇਣਗੇ ਜਾਂ 2-4 ਰਿਐਕਸ਼ਨ ਦੇਣਗੇ, ਤੁਹਾਨੂੰ ਪੁੱਛਣਗੇ ਕਿ ਇਹਨਾਂ ਵਿੱਚੋਂ ਜਿਹੜੀ ਉਹ ਵਿਸਥਾਪਨ ਕਿਰਿਆ ਕਿਹੜੀ ਹੈ। ਤਾਂ ਤੁਸੀਂ ਦੇਖਣਾ ਹੈ ਜਿਹਦੇ ਵਿੱਚ ਜ਼ਿਆਦਾ ਕਿਰਿਆਸ਼ੀਲ ਜਿਹੜੇ ਐਟਮ ਨੇ ਉਹ ਘੱਟ ਕਿਰਿਆਸ਼ੀਲ ਨੂੰ ਵਿਸਥਾਪਿਤ ਕਰ ਰਹੇ ਨੇ, ਉਹ ਤੁਹਾਡੀ ਹੋਏਗੀ ਸਹੀ ਮਾਇਨੇ ਦੇ ਵਿੱਚ ਜਿਹੜੀ ਵਿਸਥਾਪਨ ਪ੍ਰਕਿਰਿਆ ਹੈ ਜਾਂ ਕਿਰਿਆ ਜਿਹੜੀ ਹੈ ਉਹ ਹੋਏਗੀ। ਠੀਕ ਹੈ, ਉਸ ਤੋਂ ਬਾਅਦ ਡਬਲ ਵਿਸਥਾਪਨ ਵੀ ਹੁੰਦੀ ਹੈ। ਹੁਣ ਉੱਥੇ ਤਾਂ ਤੁਹਾਨੂੰ ਸਿਰਫ ਆਇਰਨ ਦਿੱਤਾ ਹੋਇਆ ਸੀ, Fe ਦਿੱਤਾ ਹੋਇਆ ਸੀ। ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਚੀਜ਼ ਦੇ ਦੇ ਫਿਰ ਹੁਣ ਹੁੰਦਾ ਇੱਕ ਚੀਜ਼ ਕਿ ਚੋਰਾਂ ਨੂੰ ਮੋਰ ਪੈਣੇ। ਹੁਣ ਕੀ ਹੋਇਆ ਕਿ ਮੰਨ ਲਓ ਇਹ ਬੰਦਾ ਇਹਨੇ ਜਿਹੜਾ ਹੈ ਇਹ BA ਦੇ ਘਰੇ ਚੋਰੀ ਕਰਨ ਗਿਆ ਤੇ ਇਹਨੇ ਇਹਦਾ Cl ਲੈ ਲਿਆ ਤੇ NaCl ਬਣਾ ਲਿਆ। ਹੁਣ BA ਜਿਹੜਾ ਇਹ ਵੀ ਚੁੱਪ ਨਹੀਂ ਰਹੇਗਾ, ਇਹ ਇਹਦਾ SO4 ਲੈ ਜਾਏਗਾ ਪਿੱਛੋਂ ਕੱਢ ਕੇ ਤੇ ਇਹਨੇ ਇੱਥੇ ਕੀ ਬਣਾ ਲਿਆ? BaSO4 ਬਣਾ ਲਿਆ। ਤੇ ਇਹ ਦੋਨੋਂ ਜਿਹੜੇ ਨੇ ਉਹ ਅਲੱਗ-ਅਲੱਗ ਜਿਹੜੇ ਨੇ ਉਹ ਹੁੰਦੇ ਨੇ, ਮਤਲਬ Na ਨਿਕਲੇਗਾ ਤੇ NaCl ਦੀ ਚੋਰੀ ਕਰੇਗਾ, ਦੂਜੇ ਵਾਲੇ ਨਾਲ ਦੀ ਚੋਰੀ ਕਰੇਗਾ ਤੇ ਪਿੱਛੋਂ ਕੀ ਹੋਏਗਾ? ਇਹਦੇ ਘਰੇ ਵੀ ਚੋਰੀ ਹੋ ਜਾਏਗੀ ਕਿਹਦੀ? SO4 ਦੀ। ਤੇ ਇਹਨੂੰ ਕਹਿੰਦੇ ਆ ਡਬਲ ਵਿਸਥਾਪਨ। ਮਤਲਬ ਦੋਵੇਂ ਜਿਹੜੇ ਤੁਹਾਨੂੰ ਅਣੂ ਦਿੱਤੇ ਹੋਏ ਨੇ, ਸੋਡੀਅਮ ਹੈ ਚਾਹੇ ਬੇਰੀਅਮ ਹੈ, ਦੋਨੇ ਵਿਸਥਾਪਿਤ ਹੋ ਰਹੇ ਨੇ। ਠੀਕ ਹੈ, ਆਕਸੀਡੇਸ਼ਨ ਤੇ ਰਿਡਕਸ਼ਨ, ਇਹ ਕਈ ਵਾਰੀ ਜਿਹੜੇ ਨੇ ਕਨਫਿਊਜ਼ ਹੋ ਜਾਂਦੇ ਨੇ ਕਿ ਆਕਸੀਡੇਸ਼ਨ ਕਿਹੜੀ ਹੁੰਦੀ ਹੈ ਤੇ ਰਿਡਕਸ਼ਨ ਕਿਹੜੀ ਹੁੰਦੀ ਹੈ। ਠੀਕ ਹੈ, ਜਾਂ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਆਕਸੀਕਰਨ ਤੇ ਲਘੂਕਰਨ। ਠੀਕ ਹੈ, ਹੁਣ ਲਘੂਕਰਨ ਦੇ ਵਿੱਚ ਕੀ ਹੁੰਦਾ ਹੈ? ਇਹ ਚੀਜ਼ ਯਾਦ ਰੱਖਿਓ, ਜੇਕਰ ਕੋਈ ਵਸਤੂ ਕਿਰਿਆ ਦੇ ਦੌਰਾਨ ਆਕਸੀਜਨ ਗੁਆ ਦਿੰਦੀ ਹੈ, ਗੁਆ ਦੇਣਾ, ਆਕਸੀਜਨ ਦਾ ਗੁਆ ਦੇਣਾ ਲਘੂਕਰਨ ਹੁੰਦਾ ਹੈ। ਇਹਨੂੰ ਜੇਕਰ ਤੁਸੀਂ ਨਾ ਇੰਗਲਿਸ਼ ਮੀਡੀਅਮ ਦੇ ਵਿੱਚ ਯਾਦ ਰੱਖੋਗੇ ਤਾਂ ਜ਼ਿਆਦਾ ਸਹੀ ਹੈ। ਆਕਸੀਡੇਸ਼ਨ ਦਾ ਮਤਲਬ ਕੀ ਹੁੰਦਾ ਹੈ? ਆਕਸੀਜਨ ਦੀ ਰਿਡਕਸ਼ਨ ਕਰਵਾ ਦੇਣਾ, ਆਕਸੀਜਨ ਦਾ ਐਡੀਸ਼ਨ ਕਰਵਾ ਦੇਣਾ। ਦੋ ਵਰਡਸ ਤੋਂ ਮਿਲ ਕੇ ਬਣਿਆ ਆਕਸੀਜਨ ਦਾ ਐਡੀਸ਼ਨ, ਤੁਹਾਡੇ ਕੋਲ ਆਕਸੀਡੇਸ਼ਨ ਹੁੰਦਾ ਹੈ। ਜੇਕਰ ਕਿਸੇ ਵੀ ਕਿਰਿਆ ਦੇ ਵਿੱਚ ਕਿਸੇ ਵੀ ਚੀਜ਼ ਦੇ ਨਾਲ ਆਕਸੀਜਨ ਲੱਗ ਰਿਹਾ, ਜਿੱਥੇ ਇੱਥੇ ਆਕਸੀਜਨ ਜਿਹੜੀ ਉਹ ਲੱਗ ਰਹੀ ਹੈ ਤਾਂ ਇਹਦਾ ਇੱਕ ਆਕਸੀਡੇਸ਼ਨ ਹੋਇਆ। ਹੁਣ ਲਘੂਕਰਨ ਜਾਂ ਰਿਡਕਸ਼ਨ ਦੀ ਗੱਲ ਆਪਾਂ ਕਰਾਂਗੇ। ਰਿਡਕਸ਼ਨ ਦੇ ਵਿੱਚ ਆਕਸੀਜਨ ਨਿਕਲ ਜਾਏਗੀ, ਬਸ ਆਕਸੀਡੇਸ਼ਨ ਦਾ ਉਲਟਾ ਕਰ ਦਿਓ, ਰਿਡਕਸ਼ਨ ਬਣ ਜਾਏਗਾ। ਬਸ ਤੁਸੀਂ ਆਕਸੀਡੇਸ਼ਨ ਨੂੰ ਯਾਦ ਰੱਖੋ ਕਿ ਐਡੀਸ਼ਨ ਆਫ ਆਕਸੀਜਨ,
ਆਕਸੀਜਨ ਦਾ ਜਦੋਂ ਆਪਾਂ ਐਡੀਸ਼ਨ ਕਰਾਂਗੇ, ਜੋੜਾਂਗੇ ਉਹਨੂੰ, ਤਾਂ ਆਪਣੇ ਕੋਲ ਆਕਸੀਡੇਸ਼ਨ ਬਣਦਾ। ਤੇ ਜਦੋਂ ਆਪਣੇ ਕੋਲ ਆਕਸੀਜਨ ਐਡ ਹੋ ਜਾਂਦੀ ਹੈ ਤਾਂ ਆਪਾਂ ਉਹਨੂੰ ਆਕਸੀਕਰਨ ਜਾਂ ਆਕਸੀਡੇਸ਼ਨ ਕਹਿੰਦੇ ਆ। ਤੇ ਜਦੋਂ ਨਿਕਲ ਜਾਂਦੀ ਹੈ, ਜਿੱਥੇ ਇੱਥੋਂ ਨਿਕਲ ਗਈ ਹੈ CO ਦੇ ਨਾਲੋਂ ਜਿਹੜੀ ਹੈ ਆਕਸੀਜਨ ਨਿਕਲ ਕੇ ਹਾਈਡਰੋਜਨ ਦੇ ਨਾਲ ਲੱਗ ਗਈ, ਇੱਥੇ ਇਹਦਾ ਕੀ ਹੋ ਗਿਆ, ਲਘੂਕਰਨ ਹੋ ਗਿਆ। ਤੇ ਜਦੋਂ ਲਘੂਕਰਨ ਤੇ ਆਕਸੀਕਰਨ ਦੋਵੇਂ ਇਕੱਠੀਆਂ ਹੋ ਜਾਣ ਤਾਂ ਉਹਨੂੰ ਆਪਾਂ ਰਿਡੌਕਸ ਰਿਐਕਸ਼ਨ ਜਿਹੜਾ ਉਹ ਕਹਿੰਦੇ ਆ। ਇਹ ਵੀ ਕਈ ਵਾਰੀ ਜਿਹੜਾ ਉਹ ਪੁੱਛ ਲਿਆ ਜਾਂਦਾ ਹੈ, ਰਿਡੌਕਸ ਕਿਰਿਆਵਾਂ। ਹੁਣ ਇੱਥੇ ਦੇਖੋ CuO ਦਾ ਜਿਹੜਾ ਹੈ ਉਹ ਲਘੂਕਰਨ ਹੋ ਰਿਹਾ ਕਿਉਂਕਿ ਇਹਦੇ ਨਾਲ ਆਕਸੀਜਨ ਨਿਕਲ ਗਈ, ਬਟ ਹਾਈਡਰੋਜਨ ਦੇ ਨਾਲ ਤਾਂ ਲੱਗੀ ਹੈ ਨਾ, ਹਾਈਡਰੋਜਨ ਦਾ ਕੀ ਹੋ ਗਿਆ, ਆਕਸੀਕਰਨ। ਤਾਂ ਇਹ ਜਿਹੜਾ ਹੈ ਇਹ ਆਪਣੇ ਕੋਲ ਰਿਡੌਕਸ ਕਿਰਿਆ ਦੀ ਜਿਹੜੀ ਆ ਉਹ ਐਗਜ਼ਾਮਪਲ ਜਿਹੜੀ ਆ ਹੋਏਗੀ। ਸੋ ਅੱਜ ਦੇ ਲਈ ਇੰਨਾ ਹੀ। ਨੈਕਸਟ ਪਾਰਟ 2 ਦੇ ਵਿੱਚ ਆਪਾਂ ਜਿਹੜਾ ਹੈ ਉਹ ਬਾਕੀ ਦਾ ਜਿਹੜਾ ਪਾਰਟ ਆਪਣਾ ਬਚ ਗਿਆ ਉਹ ਕਰਾਂਗੇ। ਤੇ ਕੁਝ ਕੁਐਸਚਨਸ ਜਿਹੜੇ ਨੇ ਉਹ ਮੈਂ ਤੁਹਾਨੂੰ ਦੱਸ ਦਾਂਗੀ ਜਿਹੜਾ ਪੇਪਰ ਦੇ ਵਿੱਚ ਆਉਂਦੇ ਨੇ ਜਾਂ ਇੰਪੋਰਟੈਂਟ ਨੇ, ਤੇ ਪ੍ਰੀਵੀਅਸ ਈਅਰ ਦੇ ਕੁਐਸਚਨਸ ਜਿਹੜੇ ਨੇ ਉਹ ਮੈਂ ਤੁਹਾਨੂੰ ਕਰਵਾ ਦਿਆਂਗੀ। ਸੋ ਅੱਜ ਦੇ ਲਈ ਇੰਨਾ ਹੀ। ਨੈਕਸਟ ਵੀਡੀਓ ਦੇ ਵਿੱਚ ਮਿਲਦੇ ਆ ਨਵੇਂ ਚੈਪਟਰ ਤਾਂ ਨਹੀਂ ਕਹਿ ਸਕਦੇ, ਐਸੇ ਚੈਪਟਰ ਦੇ ਨਵੇਂ ਪਾਰਟ ਦੇ ਨਾਲ ਨਵੀਂ ਚੀਜ਼ਾਂ ਸਿੱਖਣ ਲਈ। ਵੈਸੇ ਤਾਂ ਇੱਕ ਹੀ ਚੀਜ਼ ਜਿਹੜੀ ਉਹ ਪੈਂਡਿੰਗ ਰਹਿ ਗਈ ਆਪਣੀ, ਤੇ ਉਹ ਹੈਗਾ ਕੋਰੋਜ਼ਨ ਜਾਂ ਜਿਹੜਾ ਆਪਾਂ ਕਹਿੰਦੇ ਹਾਂ ਜੰਗ ਲੱਗਣਾ ਤੇ ਦੁਰਗੰਧਤਾ, 2 ਚੀਜ਼ਾਂ ਰਹੀਆਂ ਨੇ, ਪਰ ਕੁਐਸਚਨਸ ਵੀ ਆਪਾਂ ਕੱਲ ਕਰਾਂਗੇ।